ਤੁਸੀਂ ਬੜੇ ਦੁਖੀ ਹੋ ਔਰ ਤੁਸੀਂ ਆਪਣੀ ਧੀ ਨੂੰ ਕੁੱਖ ਵਿੱਚੋਂ ਜਨਮ ਦਿੱਤਾ, ਜਨਮ ਦੇਣ ਤੋਂ ਬਾਅਦ ਪੜ੍ਹਾਇਆ ਲਿਖਾਇਆ ਔਰ ਮਰਜ਼ੀ ਦੇ ਨਾਲ ਸ਼ਾਦੀ ਬੱਚੇ ਦੀ ਤੁਸੀਂ ਕੀਤੀ ਔਰ ਸਿਰੇ ਨਹੀਂ ਚੜੀ। ਹਾਂਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਹਰਪ੍ਰੀਤ ਧਾਲੀਵਾਲ ਹੈ ਜੀ। ਹਰਪ੍ਰੀਤ ਧਾਲੀਵਾਲ, ਔਰ ਅਸੀਂ ਹਰਪ੍ਰੀਤ ਧਾਲੀਵਾਲ ਦੀ ਵੀ। ਹਾਂਜੀ, ਅੱਛਾ, ਤੁਹਾਡੀ ਜਿਹੜੀ ਧੀ ਹੈ, ਹਾਂਜੀ, ਉਹਦਾ ਨਾਮ ਅੰਬਰ ਢਿੱਲੋਂ? ਅੰਬਰ ਧਾਲੀਵਾਲ। ਅੰਬਰ ਧਾਲੀਵਾਲ, ਠੀਕ ਹੈ। ਅੱਛਾ, ਤੁਸੀਂ ਫਿਰ ਜਦੋਂ ਠਾਕਾ ਕੀਤਾ, ਠਾਕੇ ਤੋਂ ਬਾਅਦ ਜਦੋਂ ਕੈਨੇਡਾ ਦੇ ਵਿੱਚ ਵਿਆਹ ਤੋਂ ਪਹਿਲਾਂ ਹੀ ਇਹਨੇ ਕੁਝ ਤੁਹਾਡੀ ਲੜਕੀ ਨੂੰ ਧਮਕੀਆਂ ਜਾਂ ਫਿਰ ਕੁਝ ਥ੍ਰੈਟ ਜਾਂ ਫਿਰ ਫਿਜ਼ੀਕਲੀ ਟਾਰਚ ਕੀਤਾ ਸੀਗਾ, ਇਹ ਸੱਚ ਹੈ? ਹਾਂਜੀ, ਇਹਨੂੰ ਐਕਚੁਅਲੀ ਵਿਆਹ ਤੋਂ ਪਹਿਲਾਂ ਹੀ ਇਹਦੇ ਥੋੜੇ ਅਫੇਅਰ ਪਤਾ ਲੱਗ ਗਏ ਸੀ, ਕੁੜੀਆਂ ਦੇ ਮੈਸੇजेस ਆਉਣ ਲੱਗ ਗਏ ਸੀ ਅੰਬਰ ਨੂੰ। ਐਕਚੁਅਲੀ ਅੰਬਰ ਨੂੰ ਪ੍ਰੂਫ ਵੀ ਭੇਜ ਦਿੱਤੇ ਸੀ। ਇੱਥੋਂ ਠਾਕਾ ਕਰਵਾ ਕੇ ਇਹ ਕੈਨੇਡਾ ਗਿਆ ਸੀਗਾ। ਕੈਨੇਡਾ ਦੇ ਵਿੱਚ ਹੋਟਲ ਦੇ ਵਿੱਚ ਕੁੜੀ ਦੇ ਨਾਲ ਸੁੱਤਾ ਸੀ। ਉਸ ਕੁੜੀ ਨੇ ਕਮਰੇ ਦੇ ਵਿੱਚ ਜਾ ਕੇ ਫੇਸ ਟਾਈਮ ਕਰਕੇ ਅੰਬਰ ਨੂੰ ਦਿਖਾਇਆ, ਪਿਕਚਰਾਂ ਭੇਜੀਆਂ। ਕਹਿ ਦਿੰਦੇ ਆ ਨਾ ਕਿ ਜਿਹੜਾ ਪਿਆਰ ਹੁੰਦਾ ਆ ਉਹ ਬਲਾਈਂਡ ਹੁੰਦਾ ਆ। ਬੱਚੀ ਦੀ ਏਜ ਬਹੁਤ ਘੱਟ ਸੀਗੀ, ਅਡਲਟ ਸੀ। ਅਸੀਂ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਪਾ ਸਕਦੇ ਸੀ ਕਿ ਬੱਚੀ ਘਰ ਛੱਡ ਕੇ ਚਲੇ ਜਾਂਦੀ। ਇੰਨਾ ਜ਼ਿਆਦਾ ਉਹਨੂੰ ਆਪਣੇ ਭਰਮਾ ਲਿਆ ਸੀ ਇਸਨੇ। ਸੋ ਬੱਚੇ ਦੀ ਇੱਛਾ ਦੇ ਸਾਹਮਣੇ ਸਾਨੂੰ ਝੁਕਣਾ ਪਿਆ, ਪਰ ਅਸੀਂ ਇਹਨੂੰ ਇਹ ਕਿਹਾ ਕਿ ਤੂੰ ਅਮਰੀਕਾ ਤੋਂ ਜਾਣ ਤੋਂ ਪਹਿਲਾਂ ਤੈਨੂੰ ਠਾਕਾ ਕਰਨਾ ਪੈਣਾ ਆ, ਤੇ ਨਹੀਂ ਤਾਂ ਤੂੰ ਏਦਾਂ ਘੁੰਮ ਕੇ 4 ਦਿਨ ਬੱਚੀ ਦੇ ਨਾਲ ਤੂੰ ਏਦਾਂ ਨਹੀਂ ਜਾ ਸਕਦਾ ਹੈਗਾ। ਸੋ ਅਸੀਂ ਠਾਕਾ ਕੀਤਾ ਸੀ। ਮੇਰੀ ਸਾਰੀ ਫੈਮਿਲੀ ਉਸ ਟਾਈਮ ਮੌਜੂਦ ਸੀਗੀ, ਚਾਚੇ ਤਾਏ ਨਾਨਕੇ ਸਭ। ਉਸ ਟਾਈਮ ਦੀਆਂ ਪਿਕਚਰਸ ਵੀ ਮੇਰੇ ਕੋਲ ਹੈਗੀਆਂ, ਪਰ ਇਸਨੇ ਮਨਾ ਕੀਤਾ ਸੀਗਾ ਕਿ ਸੋਸ਼ਲ ਮੀਡੀਆ ਤੇ ਕੁਛ ਨਹੀਂ ਪਾਉਣਾ ਹੈਗਾ, ਰੈਪੂਟੇਸ਼ਨ ਨੂੰ ਫਰਕ ਪੈਂਦਾ ਆ। ਕੁੜੀਆਂ ਜਿਹੜੀਆਂ ਫਾਲੋਅਰ ਆ ਉਹ ਘੱਟ ਜਾਂਦੀਆਂ ਜਦੋਂ ਸਿੰਗਰਸ ਦੇ ਐਕਟਰਸ ਦੇ ਵਿਆਹ ਦਾ ਪਤਾ ਲੱਗਦਾ ਆ। ਸਾਨੂੰ ਕਾਫੀ ਇਹਦੇ ਫਰੈਂਡ ਸਰਕਲ ਦੇ ਵਿੱਚੋਂ ਵੀ ਇਸ ਚੀਜ਼ ਦਾ ਪ੍ਰੈਸ਼ਰ ਹੋਇਆ ਕਿ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਕੁਛ ਨਹੀਂ ਪਾਉਣਾ ਹੈਗਾ ਜੀ, ਕਰਕੇ ਇਹ ਇਹਦੀ ਰੋਜੀ ਰੋਟੀ ਆ। ਸੋ ਉਹਦੇ ਤੇ ਫਰਕ ਪੈਂਦਾ ਹੈਗਾ ਆ ਜੀ। ਅੱਛਾ, ਤੁਸੀਂ ਫਿਰ ਮੇਰਾ ਸਵਾਲ ਇਹ ਸੀਗਾ ਕਿ ਤੁਹਾਡੇ ਲੜਕੀ ਨੂੰ ਇਹਨੇ ਧਮਕਾਇਆ ਵੀ ਇੱਥੇ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਆਣ ਕੇ ਇੱਥੇ ਕੁਛ ਇਸ ਤਰ੍ਹਾਂ ਵੀ ਹੋਇਆ ਸੀਗਾ ਅਮਰੀਕਾ 'ਚ? ਇਹਨਾਂ ਨੇ ਵਿਆਹ ਤੋਂ ਪਹਿਲਾਂ 2 ਹਫ਼ਤੇ ਨੂੰ ਅੰਬਰ ਨੂੰ ਉੱਥੇ ਇੰਡੀਆ ਸ਼ਾਪਿੰਗ ਕਰਨ ਵਾਸਤੇ ਸੱਦਿਆ ਸੀਗਾ, ਵਿਆਹ ਦੀ ਸ਼ਾਪਿੰਗ ਕਰਨ ਵਾਸਤੇ। ਉਸ ਟਾਈਮ ਅੰਬਰ ਨੂੰ ਪਤਾ ਲੱਗਾ ਕਿ ਇਹ ਪਹਿਲਾਂ ਮੈਰਿਡ ਹੋਇਆ ਆ। ਅੱਛਾ, ਮੈਰਿਡ ਸੀ ਪਹਿਲਾਂ ਇਹ? ਹਾਂਜੀ, ਪਹਿਲਾਂ ਇਹਦਾ ਵਿਆਹ ਹੋ ਚੁੱਕਾ ਸੀਗਾ। ਅੰਬਰ ਦੇ ਫਾਦਰ ਇਨ ਲਾ ਤੋਂ ਜਿਹੜਾ ਉਹ ਤੋਂ ਪਤਾ, ਦਿਲਪ੍ਰੀਤ ਦੇ ਫਾਦਰ ਤੋਂ ਪਤਾ ਲੱਗਾ ਸੀਗਾ ਕਿ ਮੈਰਿਡ ਆ। ਫਿਰ ਇਹਨਾਂ ਦੀ ਬਾਪ ਬੇਟੇ ਦੀ ਵੀ ਖੂਬ ਇਸ ਗੱਲ ਤੇ ਲੜਾਈ ਹੋਈ। ਇਹਨੇ ਆਪਣੇ ਬਾਪ ਨੂੰ ਵੀ ਬਹੁਤ ਚੰਗਾ ਮੰਦਾ ਬੋਲਿਆ ਕਿ ਤੂੰ ਕਿਉਂ ਇਹ ਗੱਲਾਂ ਦੱਸ ਰਿਹਾ, ਤੂੰ ਮੇਰਾ ਘਰ ਨਹੀਂ ਵਸਣ ਦੇਣਾ। ਉਸ ਤੋਂ ਬਾਅਦ ਅੰਬਰ ਉੱਥੋਂ ਜਾਣ ਲੱਗੀ, ਇਹਨੂੰ ਅੰਬਰ ਨੂੰ ਕੁੱਟ ਕੇ ਅੰਦਰ ਲੈ ਗਿਆ। ਉਸ ਦਿਨ ਵੀ ਮੇਰੇ ਨਾਲ ਅੰਬਰ ਦੀ ਗੱਲ ਹੋਈ ਆ। ਮੈਂ ਅੰਬਰ ਨੂੰ ਕਿਹਾ ਤੂੰ ਛੱਡ ਕੇ ਆ ਜਾ ਸਾਰਾ ਕੁਛ, ਤੈਨੂੰ ਲੋੜ ਨਹੀਂ ਹੈਗੀ। ਇਹਨੇ ਫੇਰ ਉਹਦੇ ਪੈਰਾਂ 'ਚ ਡਿੱਗ ਕੇ ਮਾਫੀਆਂ ਮੰਗ ਕੇ ਉਹਨੂੰ ਫੇਰ ਮਨਾ ਲਿਆ ਜੀ। ਉਸ ਤੋਂ ਬਾਅਦ ਇਹ ਮਦਰ ਦੇ ਫਾਦਰ ਲਾਅ ਨੇ ਤੇ ਮਦਰ ਨੇ ਹੀ ਹਾਂਜੀ ਤੁਹਾਡੀ ਧੀ ਰਾਣੀ ਦੀ ਜਿਹੜੀ ਸੱਸ ਹੈ, ਮਦਰ ਹੈ, ਮਦਰ ਲਾਅ, ਉਹ ਨਹੀਂ ਸੀ ਘਰ ਵਿੱਚ ਮੌਜੂਦ? ਨਹੀਂ ਜੀ, ਇਹਨਾਂ ਨੇ ਪਹਿਲਾਂ ਤਾਂ ਸਭ ਨੂੰ ਇਹੀ ਦੱਸਿਆ ਕਿ ਸਾਡੀ ਮਾਮ ਹੈ ਨਹੀਂ ਗੀ, ਉਹਨਾਂ ਦਾ ਐਕਸੀਡੈਂਟ ਹੋ ਗਿਆ, ਉਹ ਮਰ ਗਏ ਸੀਗੇ। ਜਦੋਂ ਦਿਲਪ੍ਰੀਤ ਢਿੱਲੋਂ ਨੇ ਕਿਹਾ ਸੀਗਾ ਕਿ ਮੇਰੀ ਮਦਰ ਹੈ ਨਹੀਂ ਗੀ? ਦਿਲਪ੍ਰੀਤ ਨੇ ਕਿਹਾ ਸੀਗਾ। ਦਿਲਪ੍ਰੀਤ ਦੀ ਭੂਆ ਦਾ ਮੈਨੂੰ ਫੋਨ ਆਇਆ ਸੀਗਾ, ਜਿਹੜੇ ਬੇ ਏਰੀਆ ਰਹਿੰਦੇ ਹੈਗੇ। ਉਹ ਕਦੀ ਵੀ ਅੱਜ ਤੱਕ 3 ਸਾਲ 2.5 ਸਾਲ ਹੋ ਗਏ ਵਿਆਹ ਨੂੰ, ਸਾਡੇ ਨਾਲ ਕਦੀ ਨਾ ਆਏ ਆ ਨਾ ਗਏ ਆ। ਪਰ ਇਹਦੀ ਸਕੀ ਭੂਆ ਆ। ਕਿੱਥੇ ਰਹਿੰਦੇ ਨੇ ਉਹ? ਉਹਨਾਂ ਨੇ ਮੈਨੂੰ ਐਗਜ਼ੈਕਟਲੀ ਇਹ ਵੀ ਨਹੀਂ ਪਤਾ ਹੈਗਾ ਕਿ ਉਹ ਕਿਹੜੀ ਜਗ੍ਹਾ ਤੇ ਰਹਿੰਦੇ ਹੈਗੇ। ਨਹੀਂ, ਕਿਹੜੀ ਕੰਟਰੀ 'ਚ ਰਹਿੰਦੇ ਨੇ? ਕੈਲੀਫੋਰਨੀਆ 'ਚ ਰਹਿੰਦੇ ਆ। ਆਈ ਸੀ, ਓਕੇ ਫਾਈਨ। ਉਹ ਵਿਆਹ ਤੇ ਗਏ ਸੀ? ਉਹ ਵਿਆਹ ਤੇ ਗਏ ਸੀ, ਹਾਂਜੀ। ਆਈ ਸੀ, ਅੱਛਾ। ਫਿਰ ਤੁਸੀਂ ਦੱਸੋ ਕਿ ਉਹਨਾਂ ਨੇ ਦੱਸਿਆ? ਉਹਨਾਂ ਨੇ ਵੀ ਸਾਨੂੰ ਕਿਸੇ ਨੇ ਕੁਛ ਨਹੀਂ ਦੱਸਿਆ, ਇਹੀ ਕਿ ਉਹ ਪੂਰੇ ਹੋ ਗਏ ਆ, ਉਹ ਹੈ ਨਹੀਂ ਹੈਗੇ। ਮੇਰੀ ਇਹਨਾਂ ਦੀ ਤਾਈ ਨਾਲ ਵੀ ਗੱਲ ਹੋਈ, ਸਭ ਨੇ ਇਹੀ ਦੱਸਿਆ। ਪਰ ਫਿਰ ਸਾਨੂੰ ਪਤਾ ਲੱਗਾ ਕਿ ਉਹ ਜਿੰਦਾ ਆ ਤੇ ਉਹ ਆਪਣੇ ਪੇਕਿਆਂ ਦੇ ਪਿੰਡ 'ਚੋਂ ਕਿਸੇ ਮੁੰਡੇ ਦੇ ਨਾਲ ਉਹ ਆਈ ਥਿੰਕ ਉਹਨਾਂ ਦਾ ਕੋਈ ਅਫੇਅਰ ਸੀਗਾ ਤੇ ਉਹ ਚਲੇ ਗਏ ਸੀਗੇ ਇਹਨਾਂ ਨੂੰ ਛੱਡ ਕੇ। ਉਹ ਜਿਹੜੇ ਪ੍ਰੂਫ ਹੁਣ ਆ ਗਏ ਆ, ਉਹਨਾਂ ਦਾ ਜਿਹੜਾ ਹੁਣ ਇਸ ਟਾਈਮ ਹਸਬੈਂਡ ਹੈਗਾ ਉਹ ਕੈਨੇਡਾ ਦੇ ਵਿੱਚ ਹੈਗਾ ਤੇ ਉਹਨਾਂ ਦਾ 10 ਸਾਲ ਦਾ ਬੇਟਾ ਵੀ ਹੈਗਾ ਆ।
ਇਹਨਾਂ ਨੇ ਸਾਡੇ ਕੋਲ ਬਹੁਤ ਜ਼ਿਆਦਾ ਝੂਠ ਬੋਲੇ, ਬਹੁਤ ਜ਼ਿਆਦਾ। ਇਹ ਤੁਹਾਡੇ ਵੱਲ ਲਾਏ ਜਾ ਰਹੇ ਦੋਸ਼ ਨੇ, ਔਰ ਸਾਡਾ ਸਹਿਮਤ ਹੋਣਾ ਨਾ ਹੋਣ ਕੋਲ 16 ਟਨ ਦਾ ਜ਼ਰੂਰੀ ਨਹੀਂ ਹੈ, ਕਿਉਂਕਿ ਤੁਸੀਂ ਇਹ ਦੋਸ਼ ਲਾ ਰਹੇ, ਜਿਸ ਕਰਕੇ ਮੈਂ ਦਿਲਪ੍ਰੀਤ ਨੂੰ ਕਹਿ ਰਿਹਾ, ਨੌਜਵਾਨ ਲੜਕੇ ਨੂੰ, ਕਿ ਤੂੰ ਆਪਣਾ ਪੱਖ ਪੇਸ਼ ਕਰਕੇ ਸੱਤ ਤੱਕਿਆ। ਹੁਣ ਕਿਵੇਂ ਪਤਾ ਲੱਗਿਆ ਕਿ ਉਹਨਾਂ ਦੀ ਮਦਰ ਜਿਹੜੇ ਜਿੰਦਾ ਨੇ, ਇਹਨਾਂ ਨੂੰ ਹੁਣ ਹੋ ਸਕਦਾ ਕਿ ਛੋਟੀ ਉਮਰ ਹੋਵੇ ਦਿਲਪ੍ਰੀਤ ਢਿੱਲੋਂ ਹੋਣਾ ਦੀ, ਉਹਨਾਂ ਨੂੰ ਨਾ ਜੋ ਦੱਸਿਆ ਬੱਚੇ ਨੂੰ ਉਹੀ ਮਨ ਵਿੱਚ ਹੋਵੇ, ਬਾਹਰ ਵਿੱਚ ਪਤਾ ਲੱਗਾ ਹੋਵੇ ਕਿ ਸਾਡੀ ਮਦਰ ਤਾਂ ਹਾਂਜੀ ਕੋਈ ਇਹੋ ਜਿਹੇ ਹਾਲਾਤਾਂ ਵਿੱਚ ਸ਼ਾਦੀ ਦੂਜੀ ਕਰਾ ਲਈ ਸੀ। ਬਹੁਤ ਕੇਸ ਹੁੰਦੇ ਨੇ ਇਹੋ ਜਿਹੇ, ਕੋਈ ਪ੍ਰੋਬਲਮ ਨਹੀਂ ਹੈ, ਬਟ ਹੁਣ ਉਹਨਾਂ ਨੇ ਵਿਆਹ ਤੋਂ ਬਾਅਦ ਅੰਬਰ ਨੂੰ ਦੱਸ ਦਿੱਤਾ ਸੀਗਾ ਕਿ ਮੇਰੇ ਮਮ ਹੈਗੇ ਆ, ਤੇ ਹੁਣ ਜਦੋਂ ਇਹਨਾਂ ਦੀ ਲੜਾਈ ਹੋ ਰਹੀ ਸੀ, ਐਕਚੁਅਲੀ ਜਿਸ ਦਿਨ ਇਹ ਲੜਾਈ ਹੋਈ ਆ ਉਸ ਦਿਨ ਮੈਂ ਦਿਲਪ੍ਰੀਤ ਨੂੰ ਬਹੁਤ ਗੁੱਸੇ ਹੋਈ। ਮੈਂ ਕਿਹਾ ਤੈਨੂੰ ਅਕਲ ਨਹੀਂ ਹੈ ਕਿ ਤੈਨੂੰ ਰਿਸ਼ਤਾ ਨਹੀਂ ਨਿਭਾਉਣਾ ਆਉਂਦਾ, ਜੇ ਘਰ ਦੇ ਵਿੱਚ ਤੇਰੀ ਮਾਂ ਹੁੰਦੀ ਤੈਨੂੰ ਅਕਲ ਦਿੱਤੀ ਹੁੰਦੀ ਕਿ ਕਿੱਦਾਂ ਕੁੜੀ ਨੂੰ ਰੱਖਣਾ ਆ, ਕਿੱਦਾਂ ਰਹਿਣਾ ਆ। ਸੋ ਤੇਰੀ ਮਾਂ ਨਹੀਂ ਹੈਗੀ, ਤੂੰ ਡਿਜ਼ਰਵ ਨਹੀਂ ਕਰਦਾ, ਮੈਂ ਤੈਨੂੰ ਮਾਂ ਦਾ ਪਿਆਰ ਦਿੱਤਾ ਸੀ। ਸੋ ਇਸ ਗੱਲ ਦਾ ਉਸਨੂੰ ਬਹੁਤ ਦੁੱਖ ਲੱਗਾ ਕਿ ਮੇਰੀ ਮਾਂ ਤੇ ਕਿਉਂ ਪਹੁੰਚਦੀ ਆ। ਐਂਡ ਦੈਨ ਦੂਸਰੇ ਦਿਨ ਉਹਨੇ ਆਪਣੀ ਸੋਸ਼ਲ ਮੀਡੀਆ ਤੇ ਆਪਣੀ ਮਾਂ ਦੀਆਂ ਪਿਕਚਰਾਂ ਪਾਈਆਂ। ਫਿਰ ਉਹਨੇ ਅੰਬਰ ਨੂੰ ਮੈਸੇਜ ਕੀਤਾ ਕਿ ਹੁਣ ਤਾਂ ਮੈਨੂੰ ਮੇਰੀ ਮਾਂ ਵੀ ਲੱਭ ਗਈ, ਪਹਿਲਾਂ ਲੱਭਦੀ ਨਹੀਂ ਸੀ, ਕਹਿੰਦਾ ਹੁਣ ਤਾਂ ਮੈਨੂੰ ਲੱਭ ਗਈ। ਮੈਂ ਅੰਬਰ ਨੂੰ ਕਿਹਾ 24 ਘੰਟੇ ਦੇ ਵਿੱਚ ਹੁਣ ਉਹਨੂੰ ਮਾਂ ਕਿੱਥੇ ਲੱਭ ਗਈ, ਬਿਕਾਜ਼ ਉਹਨਾਂ ਨੂੰ ਹਮੇਸ਼ਾ ਤੋਂ ਪਤਾ ਸੀ ਕਿ ਉਹ ਕਿੱਥੇ ਹੈਗੀ ਆ। ਜੀ ਐਸੀ ਹੁਣ ਤੁਸੀਂ ਫਿਰ ਜਦੋਂ ਸ਼ਾਦੀ ਹੋਈ ਹੈ 2018 ਦੇ ਵਿੱਚ, ਤੇ ਤੁਸੀਂ ਫਿਰ ਸ਼ਾਦੀ ਰਜਿਸਟਰ ਕਿਉਂ ਨਹੀਂ ਕਰਾਈ? ਤੇ ਦੂਜਾ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਆਪਾਂ 4 ਲਾਮਾ ਲੈਂਦੇ ਆ, ਮਰਿਆਦਾ ਨਾਲ ਸ਼ਾਦੀ ਕਰਦੇ ਤਾਂ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ, ਔਰ ਗੁਰੂ ਘਰ ਦੇ ਜਿਹੜੇ ਮੁੱਖ ਵਜ਼ੀਰ ਦੇ ਸਾਈਨ ਹੁੰਦੇ ਨੇ ਜਾਂ ਪ੍ਰਧਾਨ ਹੁੰਦੇ ਨੇ, ਤੇ ਉਹ ਵੀ ਤੁਹਾਡੇ ਕੋਲ ਨਹੀਂ ਹੈ ਕੋਈ ਵੀ। ਹਾਂਜੀ, ਇਹ ਕਾਰਨ ਕੀ ਹੈ? ਗੁਰਦੁਆਰੇ ਰਜਿਸਟਰ ਹੋਈ ਆ ਮੈਰਿਜ, ਗੁਰਦੁਆਰੇ ਦੇ ਵਿੱਚ ਇਹਨਾਂ ਦੇ ਸਾਈਨ ਹੋਏ ਆ, ਉਹ ਹੋਈ ਆ ਅੰਬ ਸਾਹਿਬ ਗੁਰਦੁਆਰਾ ਮੋਹਾਲੀ ਦੇ ਵਿੱਚ। ਪਰ ਉਸ ਤੋਂ ਬਾਅਦ ਇਹਨੂੰ ਬਹੁਤ ਵਾਰੀ, ਜਿੰਨੀ ਵਾਰ ਵੀ ਮੇਰੀ ਇਹਦੇ ਨਾਲ ਫੋਨ ਤੇ ਗੱਲ ਹੋਈ ਆ, ਮੈਂ ਹਮੇਸ਼ਾ ਇਹੀ ਕਿਹਾ ਕਿ ਦਿਲਪ੍ਰੀਤ ਤੁਸੀਂ ਕੋਰਟ ਮੈਰਿਜ ਕਰਵਾ ਲਓ। ਇੱਥੇ ਇੰਨੀ ਵਾਰ ਆਇਆ, ਵੇਗਸ ਇੰਨੀ ਵਾਰ ਇਹ ਗਏ ਆ। ਮੈਂ ਇਹਨਾਂ ਨੂੰ ਹਮੇਸ਼ਾ ਕਿਹਾ ਕਿ ਤੁਸੀਂ ਫਿਰਦੇ ਰਹਿੰਦੇ ਹੋ, ਤੁਹਾਡਾ 4 ਘੰਟੇ ਦਾ ਕੰਮ ਆ, ਤੁਸੀਂ ਕਿਉਂ ਨਹੀਂ ਜਾ ਕੇ ਕਰਵਾ ਸਕਦੇ? ਤੁਹਾਡੇ ਫਰੈਂਡ ਤੁਹਾਡੇ ਨਾਲ ਹੁੰਦੇ ਆ, ਤੁਹਾਡੇ ਵਿਟਨੈਸ ਬਣ ਸਕਦੇ ਆ, ਤੁਹਾਨੂੰ ਕੁਝ ਸਪੈਸ਼ਲ ਕਰਨੇ ਦੀ ਲੋੜ ਨਹੀਂ ਹੈਗੀ। ਪਰ ਉਹਨੇ ਐਕਚੁਅਲੀ ਉਹ ਸਾਡੀ ਹੀ ਫੈਮਿਲੀ ਦੇ ਕਿਸੇ ਮੈਂਬਰ ਨੂੰ ਉਹਨੂੰ ਪਤਾ ਸੀਗਾ ਕਿ 10 ਸਾਲ ਦਾ ਵੀਜ਼ਾ ਮੇਰੇ ਕੋਲ ਹੈਗਾ ਆ, ਸੋ ਉਹਦੇ ਕੋਲ ਇਨਫ ਟਾਈਮ ਸੀਗਾ ਕਿ ਮੈਰਿਜ ਰਜਿਸਟਰ ਕਰਾ ਲਵੇ। ਪਰ ਉਹਨੂੰ ਲੱਗਦਾ ਉਹਦੀ ਈਗੋ ਬਹੁਤ ਵੱਡੀ ਆ। ਉਹ ਕਹਿੰਦਾ ਸੀਗਾ ਤੁਹਾਡੀ ਫੈਮਿਲੀ ਦੇ ਮੈਂਬਰ ਨੇ ਕਿਸੇ ਨੇ ਕਿਹਾ ਆ ਕਿ ਮੈਂ ਗ੍ਰੀਨ ਕਾਰਡ ਵਾਸਤੇ ਵਿਆਹ ਕਰਵਾਇਆ, ਸੋ ਮੈਂ ਪ੍ਰੂਫ ਕਰਨਾ ਆ ਉਹਨਾਂ ਨੂੰ ਕਿ ਮੈਂ ਗ੍ਰੀਨ ਕਾਰਡ ਵਾਸਤੇ ਵਿਆਹ ਨਹੀਂ ਕਰਵਾਇਆ। ਦੈਟਸ ਵਾਈ ਉਹ ਡਿਲੇ ਕਰ ਰਿਹਾ ਸੀਗਾ, ਦਿਖਾਉਣਾ ਚਾਹੁੰਦਾ ਸੀਗਾ ਕਿ ਮੈਂ ਗ੍ਰੀਨ ਕਾਰਡ ਵਾਸਤੇ ਵਿਆਹ ਨਹੀਂ ਕਰਾਇਆ। ਸੋ ਮੈਨੂੰ ਲੱਗਦਾ ਕਿ ਤੁਸੀਂ ਵੀ ਮੈਨੂੰ ਬਹੁਤ ਭੋਲੇ ਲੱਗਦੇ ਹੋ। ਸੁਣੋ ਗੱਲ ਧਿਆਨ ਦੇ ਨਾਲ, ਔਰ ਤੁਹਾਡਾ ਨਾਮ ਆਈ ਲੋਸਟ ਯੂਰ ਨੇਮ, ਹਰਪ੍ਰੀਤ ਧਾਲੀਵਾਲ। ਹਰਪ੍ਰੀਤ, ਮੈਨੂੰ ਲੱਗਦਾ ਇੱਕ ਇਹ ਫੈਕਟਰ ਹੋ ਸਕਦਾ ਕਿ ਤੁਹਾਡੇ ਅਕੋਰਡਿੰਗ ਟੂ ਯੂ ਕਿ ਇਹਦਾ ਪਹਿਲਾਂ ਸ਼ਾਦੀ ਹੋਈ ਸੀ, ਉਸ ਸ਼ਾਦੀ ਦਾ ਡਿਵੋਰਸ ਨਾ ਹੋਇਆ ਹੋਣ ਕਰਕੇ ਵੀ ਇਹ ਨਹੀਂ ਚਾਹੁੰਦਾ ਹੋਣਾ ਕਿ ਮੈਰਿਜ ਸ਼ਾਦੀ ਜਿਹੜੀ ਰਜਿਸਟਰ ਕਰਾ ਲਵਾਂ ਦੁਬਾਰਾ, ਕਿ ਤੁਸੀਂ ਇੱਕ ਸ਼ਾਦੀ ਜਦੋਂ ਤੁਹਾਡੀ ਡਿਵੋਰਸ ਨਹੀਂ ਹੁੰਦਾ ਤੁਸੀਂ ਦੂਜੀ ਸ਼ਾਦੀ ਰਜਿਸਟਰ ਨਹੀਂ ਕਰਾ ਸਕਦੇ। ਮਾਈਟ ਦੈਟ ਰੀਜ਼ਨ ਇਹ ਵੀ ਹੋ ਸਕਦਾ? ਹੋ ਸਕਦਾ ਸਾਨੂੰ ਵੀ, ਕਿ ਇਹਨਾਂ ਨੇ ਕੋਈ ਪ੍ਰੂਫ ਨਹੀਂ ਦਿੱਤੇ। ਈਵਨ ਅਸੀਂ ਮੰਗੇ ਵੀ ਸੀਗੇ ਕਿ ਸਾਨੂੰ ਦੱਸੋ ਕਿਹਦੇ ਨਾਲ ਵਿਆਹ ਹੋਇਆ ਸੀ, ਕੀ ਹੋਇਆ ਸੀ, ਪੇਪਰ ਵਰਕ। ਪਰ ਇਹਨੇ ਇੰਨਾ ਜ਼ਿਆਦਾ ਬਿਜੀ ਰੱਖਿਆ ਸਭ ਨੂੰ ਕਿ ਕਦੀ ਬੈਠਿਆ ਨਹੀਂ ਫੈਮਿਲੀ ਵਾਂਗੂ, ਕਦੀ ਇਹ ਇਕੱਲਾ ਨਹੀਂ ਬੈਠਿਆ ਫੈਮਿਲੀ ਦੇ ਵਿੱਚ। ਆਲਵੇਜ਼ ਇਹਦੇ ਹਮੇਸ਼ਾ ਫਰੈਂਡ ਇਹਦੇ ਨਾਲ ਹੁੰਦੇ ਸੀ। ਇੱਥੇ ਜਿੰਨੀ ਵਾਰੀ ਰਿਹਾ, ਰਾਤ ਦੇ ਅੱਧੀ ਰਾਤ ਤੱਕ ਇਹਦੇ ਫਰੈਂਡ ਨਾਲ ਹੁੰਦੇ ਸੀ। ਉਸ ਟਾਈਮ ਹੀ ਇਹ ਇਕੱਲਾ ਹੁੰਦਾ ਸੀ ਜਦ ਬਸ ਸੌਣ ਲੱਗਾ ਆ, ਬਹੁਤ ਟਾਇਰਡ ਹੋ ਗਿਆ, ਕੋਈ ਗੱਲ ਕਰਨ ਦਾ ਟਾਈਮ ਹੀ ਨਹੀਂ ਰਹਿ ਗਿਆ। ਸੋ ਕਦੀ ਇਹਨੇ ਆਰਾਮ ਨਾਲ ਫੈਮਿਲੀ 'ਚ ਬੈਠ ਕੇ ਕੋਈ ਗੱਲ ਨਹੀਂ ਕੀਤੀ ਕਿ ਹਾਂ ਫਿਊਚਰ ਦਾ ਕੋਈ ਅੰਬਰ ਦੇ ਨਾਲ ਪਲਾਨ ਨਹੀਂ ਕੀਤਾ। ਸਾਡੇ ਨਾਲ ਤਾਂ ਕੀ ਬੈਠਣਾ ਸੀ। ਪਰ ਤੁਹਾਡੀ ਵੀ ਗਲਤੀ ਸੀ ਕਿ ਛੋਟੀ ਉਮਰ ਦੇ ਲਈ 18 ਸਾਲ ਦਾ ਬੱਚਾ ਟਰਨ ਆਊਟ 19 ਵਿੱਚ ਗਿਆ ਹੈ, ਔਰ ਇੰਨੀ ਜਲਦੀ ਤੁਸੀਂ ਉਹਦੀ ਸ਼ਾਦੀ ਕਰ ਦੇਣਾ, ਇਹ ਵੀ ਤੁਹਾਡੀ ਇੱਕ ਬਹੁਤ ਵੱਡੀ ਗਲਤੀ ਸੀ ਨਾ, ਕਿ ਇੱਕਦਮ ਛੋਟੀ ਉਮਰ 19 ਸਾਲ ਦੇ ਬੱਚੇ ਦੀ ਕੀ ਉਮਰ ਹੁੰਦੀ ਹੈ, ਔਰ ਤੁਸੀਂ ਉਹਨੂੰ। ਹਾਂਜੀ, ਮੈਂ ਐਗਰੀ ਕਰਦੀ ਹਾਂ, ਪਰ ਜਦੋਂ ਬੱਚਾ ਕਹਿੰਦੇ ਹੁੰਦੇ ਆ ਕਿ ਪਿਆਰ 'ਚ ਹੁੰਦਾ ਆ, ਉਹ ਸੁਣਦਾ ਨਹੀਂ ਹੈਗਾ। ਉਸ ਟਾਈਮ ਸਾਨੂੰ ਇਹ ਸੀਗਾ ਕਿ ਸਾਡੀ ਕੁੜੀ ਘਰੋਂ ਨਾ ਚਲੇ ਜਾਵੇ। ਸੋ ਇਹਦੇ ਨਾਲੋਂ ਬੈਟਰ ਆ ਕਿ ਅਸੀਂ ਸਹਿਮਤੀ ਦੇ ਨਾਲ ਹੀ ਵਿਆਹ ਕਰ ਦਈਏ। ਹੋਰ ਵੀ ਕੁੜੀ ਦਾ ਕੋਈ ਤੁਹਾਨੂੰ ਤੁਹਾਡੇ ਵਿਆਹ ਤੋਂ ਪਹਿਲਾਂ ਕਿਸੇ ਦਾ ਫੋਨ ਆਇਆ ਸੀ ਕਿ ਇਹ ਤਾਂ ਮੇਰੇ ਨਾਲ ਸ਼ਾਦੀ ਕਰਾਉਣੀ ਹੈ, ਜਾਂ ਇਹਦਾ ਕਿਸੇ ਨਾਲ ਅਫੇਅਰ ਆ ਤੁਹਾਡੇ ਮੁਤਾਬਕ? ਉਸ ਤੋਂ ਬਾਅਦ ਤੁਹਾਡੀ ਕੁੜੀ ਨੂੰ ਇਹਨੇ ਇੱਕ ਜਦੋਂ ਪੰਜਾਬ ਜਾਂਦੀ ਸੀਗੀ ਰਿਲੇਸ਼ਨ ਬਿਲਕੁਲ ਮਾਫ ਕਰਨਾ, ਕਿਉਂਕਿ ਜਦੋਂ ਅਸੀਂ ਗੱਲਬਾਤ ਕਰਦੇ ਰੇਡੀਓ ਟੈਲੀਵਿਜ਼ਨ ਤੇ ਤਾਂ ਸਾਨੂੰ ਕੁਝ ਓਪਨ ਗੱਲਾਂ ਤਰ ਕਰਨੀਆਂ ਪੈਂਦੀਆਂ ਕਿ ਲੋਕਾਂ ਨੂੰ ਦੱਸਣ ਵਾਸਤੇ। ਤੁਹਾਡੀ ਧੀ ਰਾਣੀ ਦੇ ਨਾਲ ਬਿਲਕੁਲ ਇਹਨੇ ਰਿਲੇਸ਼ਨ ਰੱਖਿਆ ਕਿ ਉਹਦੇ ਘਰ ਵਾਲਾ ਆ, ਉਹ ਪਤੀ ਆ ਉਹਦਾ?
ਤੁਸੀਂ ਦੁਬਾਰਾ ਰਿਪੀਟ ਕਰੋਗੇ ਪਲੀਜ਼? ਤੁਹਾਡੀ ਧੀ ਦੇ ਨਾਲ ਇਹਨੇ ਰਿਲੇਸ਼ਨ ਰੱਖਿਆ ਸੀਗਾ ਇਸ ਸਿੰਗਰ ਨੇ, ਲੜਕੇ ਨੇ, ਦਲਪ੍ਰੀਤ ਨੇ, ਕਿ ਮੇਰੀ ਵਾਈਫ ਹੈ, ਉਹਨੂੰ ਬਿਲਕੁਲ ਉਸ ਤਰ੍ਹਾਂ ਟਰੀਟ ਕਰਦਾ ਸੀ ਪੰਜਾਬ 'ਚ ਜਦੋਂ ਜਾਂਦੀ ਸੀ? ਕਈ ਵਾਰ ਬਹੁਤ ਵਧੀਆ ਰਹਿੰਦੇ ਸੀਗੇ, ਇਹ ਨਹੀਂ ਕਹਿੰਦੀ ਕਿ ਆਲ ਦਾ ਟਾਈਮ ਹੀ 24 ਆਵਰ ਨਹੀਂ ਏਦਾਂ ਲੜਾਈ ਹੁੰਦੀ ਸੀ, ਕਈ ਵਾਰ ਠੀਕ ਵੀ ਹੁੰਦੇ ਸੀ, ਕਈ ਵਾਰ ਲੜਾਈ ਹੁੰਦੀ ਸੀ। ਅੰਬਰ ਤਾਂ ਹੀ ਟਰਾਈ ਕਰ ਰਹੀ ਸੀ ਐਕਚੁਅਲੀ ਨਿਊ ਈਅਰ ਤੇ ਅੰਬਰ ਨੇ ਮੈਨੂੰ ਜਦੋਂ ਆ ਸਭ ਕੁਝ ਹੋਇਆ ਬਹੁਤ ਜ਼ਿਆਦਾ ਗੱਲ ਵਧੀ। ਉਸ ਦਿਨ ਮੈਂ ਅੰਬਰ ਨੂੰ ਕਹਿਤਾ ਸੀ, ਮੈਂ ਕਿ ਅੰਬਰ ਨਵਾਂ ਤੁਹਾਡਾ ਵਿਆਹ ਹੋਇਆ, ਹੁਣੇ ਤੁਸੀਂ ਇੰਨਾ ਲੜ ਰਹੇ ਆ, ਤੂੰ ਡਿਸੀਜਨ ਲੈ ਸਕਦੀ ਆ, ਅਸੀਂ ਤੇਰੇ ਨਾਲ ਆ। ਉਹ ਕਹਿੰਦੀ ਨਹੀਂ ਮਾਮ ਮੈਂ 1 ਸਾਲ ਹੋਰ ਦੇਣਾ ਆ, ਮੈਂ ਇੰਡੀਆ ਜਾ ਕੇ ਰਹਿਣਾ ਆ, ਬਿਕਾਜ਼ ਅਸੀਂ ਦੂਰ ਰਹਿੰਦੇ ਆ, ਸਾਨੂੰ ਟਾਈਮ ਚਾਹੀਦਾ ਇੱਕ ਦੂਜੇ ਦੇ ਨਾਲ। ਪਰ ਉਹਨੇ ਇਹ ਵਾਰਨਿੰਗ ਵੀ ਦਿੱਤੀ ਹੋਈ ਸੀ ਕਿ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਤੂੰ ਮੇਰੇ ਤੇ ਚੀਟ ਕੀਤਾ, ਉਹ ਦਿਨ ਲਾਸਟ ਡੇ ਹੋਊਗਾ ਮੇਰਾ ਤੇਰੇ ਨਾਲ ਜੀ। ਸੋ ਉਹਨੇ ਸਤੰਬਰ ਚ ਗ੍ਰੈਜੂਏਟ ਹੋਣਾ, ਉਹ ਸ਼ੀ ਵਾਸ ਪਲੈਨਿੰਗ ਕਿ ਉਹਨੇ ਇੰਡੀਆ ਜਾ ਕੇ ਰਹਿਣਾ 1 ਸਾਲ ਜੀ, ਤੇ ਪਰ ਉਹ ਇਸ ਤੋਂ ਪਹਿਲਾਂ ਹੀ ਇਹਨੇ ਆ ਸਭ ਕੁਝ ਕਰ ਦਿੱਤਾ। ਸੋ ਤੁਹਾਡੀ ਧੀ ਦੇ ਨਾਲ ਬਿਲਕੁਲ ਠੀਕ ਵੀ ਰਹਿੰਦਾ ਸੀ, ਨਹੀਂ ਵੀ ਠੀਕ ਰਹਿੰਦਾ ਸੀ, ਤੁਸੀਂ ਕਹਿਣਾ ਚਾਹੁੰਦੇ? ਹਾਂਜੀ ਠੀਕ ਵੀ ਰਹਿੰਦਾ ਸੀ, ਨਹੀਂ ਵੀ ਠੀਕ ਰਹਿੰਦਾ ਸੀ, ਇਹ ਨਹੀਂ ਆ ਕਿ ਹਰ ਵੇਲੇ ਲੜਦੇ ਸੀ, ਠੀਕ ਵੀ ਰਹਿੰਦਾ ਸੀ। ਲਾਸਟ ਟਾਈਮ ਤੁਹਾਡੀ ਕਦੋਂ ਗੱਲਬਾਤ ਹੋਈ? ਹੁਣ ਤੁਸੀਂ ਜਦੋਂ ਡਿਸੀਜਨ ਲਿਆ ਕਿ ਹੁਣ ਤੁਸੀਂ ਆਪਣੀ ਕੁੜੀ ਨੂੰ ਤੋਰਨਾ ਨਹੀਂ ਹੈ, ਤਾਂ ਤੁਹਾਡੀ ਖੁਦ ਆਪ ਤੁਸੀਂ ਮੈਸੇਜ ਤੇ ਗੱਲਬਾਤ ਕੀਤੀ ਹੈ, ਟੈਲੀਫੋਨ ਕੀਤਾ ਜਾਂ ਮੈਸੇਜ ਡ੍ਰੌਪ ਕੀਤਾ ਆਪਣੀ ਦਲਪ੍ਰੀਤ ਨੂੰ? ਤੁਹਾਡੀ ਲਾਸਟ ਕਦੋਂ ਗੱਲ ਹੋਈ ਹੈ? ਮੇਰੀ ਲਾਸਟ ਉਸ ਦਿਨ ਗੱਲ ਹੋਈ ਆ ਜਿਸ ਦਿਨ ਅੰਬਰ ਦੇ ਜਿਹੜੇ ਤੁਸੀਂ ਮੈਸੇਜ ਰਿਕਾਰਡ ਸੁਣਵਾਏ ਆ, ਉਸ ਦਿਨ ਅੰਬਰ ਜਦੋਂ ਮੈਂ ਦੇਖਿਆ ਮੇਰੀ ਬੱਚੀ ਟੁੱਟ ਚੁੱਕੀ ਆ, ਇੱਕ ਮਾਂ ਦਾ ਦਿਲ ਸੀਗਾ, ਮੈਂ ਕੰਟਰੋਲ ਨਹੀਂ ਕਰ ਸਕੀ ਆਪਣੇ ਆਪ ਨੂੰ। ਉਸ ਦਿਨ ਮੈਂ ਦਿਲਪ੍ਰੀਤ ਨੂੰ ਫੋਨ ਕੀਤਾ ਆ, ਉਸ ਦਿਨ ਮੈਂ ਉਹਨੂੰ ਬੋਲੀ ਵੀ ਆ, ਗਾਲਾਂ ਵੀ ਕੱਢੀਆਂ ਆ, ਜਿਹਦਾ ਮੈਨੂੰ ਕੋਈ ਵੀ ਅਫਸੋਸ ਨਹੀਂ ਹੈਗਾ। ਤੁਸੀਂ ਜਦੋਂ ਉਹਨੂੰ ਕੁਝ ਵੀ ਕਿਹਾ, ਆਪ ਸ਼ਬਦ ਬੋਲੇ, ਕਿਉਂਕਿ ਮਾਂ ਦਾ ਦਿਲ ਹੈ, ਮਾਂ ਹੈ ਜਿਹਨੇ ਜਨਮ ਦਿੱਤਾ ਆਪਣੀ ਧੀ ਨੂੰ, ਹੈ ਜੀ, ਜਿਹੜੀ ਕਿ ਹਮੇਸ਼ਾ ਸੁੱਖ ਮੰਗਦੀ ਆਪਣੀ ਧੀ ਦੀ, ਤੇ ਤੁਸੀਂ ਜਦੋਂ ਫਿਰ ਜੋ ਕੁਝ ਵੀ ਤੁਸੀਂ ਗੱਲਬਾਤ ਕੀਤੀ, ਕਨਵਰਸੇਸ਼ਨ, ਮੈਂ ਜਾਣਨਾ ਚਾਹੁੰਦਾ ਕਿ ਉਹਦੇ ਵੱਲੋਂ ਕੀ ਰਿਐਕਟ ਕੀਤਾ ਗਿਆ, ਕੀ ਜਵਾਬ ਮਿਲਿਆ ਤੁਹਾਨੂੰ? ਪਹਿਲੇ ਦਿਨ ਤਾਂ ਜਦੋਂ ਇਹ ਪਤਾ ਲੱਗਾ ਉਹ ਡਿਨਾਈ ਕਰਦਾ ਸੀ, ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ ਇਹ ਸਾਰਾ ਕੁਝ, ਤੇ ਉਹਨੇ 24 ਆਵਰ ਅੰਬਰ ਉਹਦੀ ਵੇਟ ਕਰਦੀ ਰਹੀ ਕਿ ਮੈਨੂੰ ਕਾਲ ਕਰੂਗਾ, ਮੈਨੂੰ ਪੁੱਛੂਗਾ ਅੰਬਰ ਇਹ ਜਿਹੜੀ ਗੱਲ ਹੋ ਰਹੀ ਆ ਆਪਾਂ ਸੋਲਵ ਕਰ ਲਈਏ, ਆਪਾਂ ਗੱਲ ਕਰ ਲਈਏ, ਤੈਨੂੰ ਲਾਈਕ ਉਹ ਆਪਣੀ ਸਫਾਈ ਦਊਗਾ। ਪਰ ਬਜਾਏ ਅੰਬਰ ਨੂੰ ਕਾਲ ਕਰਨ ਦੇ ਉਹ ਲੇਡੀ ਦੇ ਨਾਲ ਗੱਲ ਕਰ ਰਿਹਾ ਸੀ। ਜਿਹੜੀਆਂ ਮੈਂ ਇਹਨੂੰ ਗੱਲਾਂ ਕਹੀਆਂ, ਜਿਹੜਾ ਮੈਂ ਇਹਨੂੰ ਬੋਲੀ ਆ, ਇਹਨੇ ਰਾਈਟ ਵੇ ਉਸ ਲੇਡੀ ਨੂੰ ਫਾਰਵਰਡ ਕੀਤੇ ਮੇਰੇ ਵੌਇਸ ਨੋਟ, ਤੇ ਉਹ ਲੇਡੀ ਦੀ ਬੇਟੀ ਅੰਬਰ ਨੂੰ ਮੈਸੇਜ ਕਰ ਰਹੀ ਸੀ ਕਿ ਰਾਈਟ ਨਾਓ ਮੇਰੀ ਮਾਮ ਤੇਰੀ ਮਾਮ ਦੇ ਮੈਸੇਜ ਪਲੇ ਕਰ ਰਹੀ ਆ, ਜਿਹੜੇ ਕਿ ਉਹਨੇ ਦਿਲਪ੍ਰੀਤ ਨੂੰ ਭੇਜੀ ਆ। ਉਸ ਬੇਟੀ ਨੂੰ, ਉਹਦੀ ਬੇਟੀ ਨੂੰ ਨਹੀਂ ਸੀ ਪਤਾ ਕਿ ਮੈਂ ਦਿਲਪ੍ਰੀਤ ਨਾਲ ਗੱਲ ਕੀਤੀ ਆ। ਸੋ ਰਾਈਟ ਦੇਅਰ ਉੱਥੇ ਹੀ 100% ਪ੍ਰੂਫ ਹੋ ਗਿਆ ਕਿ ਉਹਦੇ ਨਾਲ ਗੱਲ ਕਰ ਰਿਹਾ ਬਜਾਏ ਕਿ ਆਪਣੀ ਵਾਈਫ ਦੇ ਨਾਲ ਗੱਲ ਕਰੇ ਕਿ ਅੰਬਰ ਲੈਟਸ ਟਾਕ ਅਬਾਊਟ ਇਟ। ਜਿਸ ਤੁਸੀਂ ਮਾਸ਼ਾ ਗੱਲ ਕਹਿੰਦੇ ਹੋ, ਮਾਸ਼ਾ ਗੱਲ ਨੂੰ ਤੁਹਾਡੀ ਕਨਵਰਸੇਸ਼ਨ ਜਿਹੜੀ ਆ ਉਹਨੇ ਹੈਂਡਓਵਰ ਕਰ ਦਿੱਤੀ ਹੈ ਜੀ? ਜੀ ਆਈ ਸੀ। ਮਾਸ਼ਾ ਗੱਲ ਨੂੰ ਉਹ ਦੱਸ ਰਿਹਾ ਕਿ ਮੇਰੀ ਸੱਸ ਮੈਨੂੰ ਗਾਲਾਂ ਕੱਢ ਰਹੀ ਆ। ਆਈ ਸੀ। ਸੋ ਤੁਹਾਨੂੰ ਫਿਰ ਕੀ ਕਹਿੰਦਾ ਕਿ ਠੀਕ ਹੈ ਕਿ ਅਸੀਂ ਰਿਲੇਸ਼ਨ ਸਾਡਾ ਜਿਹੜਾ ਖਤਮ ਹੈ, ਇਹ ਕਿਹਾ ਗਿਆ ਉਹਦੇ ਵੱਲੋਂ? ਨਹੀਂ, ਇਹ ਉਹਨੇ ਨਹੀਂ ਕਿਹਾ, ਉਹ ਕਰਕੇ ਉਹ ਅੱਜ ਤਾਈਂ ਟਰਾਈ ਕਰ ਰਿਹਾ, ਕਦੀ ਕਿਸੇ ਤੋਂ ਕਾਲ ਕਰਵਾ ਰਿਹਾ, ਕਦੀ ਕਿਸੇ ਤੋਂ ਕਾਲ ਕਰਵਾ ਰਿਹਾ, ਓਦਾਂ ਤਾਂ ਕਿ ਗੱਲ ਕਰੋ, ਪਰ ਅੰਬਰ ਗੱਲ ਨਹੀਂ ਕਰਨਾ ਚਾਹੁੰਦੀ ਬਿਕਾਜ਼ ਉਹਨੇ ਹਜ਼ਾਰਾਂ ਹੀ ਵਾਰਨਿੰਗ ਉਹਨੂੰ ਦਿੱਤੀਆਂ ਸੀ, ਬਹੁਤ ਵਾਰੀ ਸਭ ਕਾਸੇ ਦੀਆਂ, ਇੰਨੇ ਜ਼ਿਆਦਾ ਉਹਦੇ ਸਾਹਮਣੇ ਪ੍ਰੂਫ ਆਏ, ਕਿੰਨੀਆਂ ਗੱਲਾਂ ਉਹਦੇ ਸਾਹਮਣੇ ਆਈਆਂ, ਉਹਨੇ ਮਿਲੀਅਨਸ ਮਿਸਟੇਕ ਉਹਦੀਆਂ ਮਾਫ ਕੀਤੀਆਂ ਕਿ ਮੈਂ ਤੇਰਾ ਸਭ ਕੁਝ ਮਾਫ ਕਰ ਦੂੰਗੀ, ਪਾਸਟ ਦਾ ਚੱਲ ਜੋ ਵੀ ਹੈਗਾ ਆ, ਬਿਕਾਜ਼ ਮੈਂ ਵਿਆਹ ਕਰਾਇਆ ਆ, ਹੁਣ ਸਭ ਦੇ ਨਾਲ ਲੜ ਕੇ ਕਰਵਾਇਆ, ਸੋ ਮੈਂ ਨਿਭਾਉਣਾ ਆ। ਐਡੀ ਵੱਡੀ ਕਿਹੜੀ ਨੌਬਤ ਆ ਗਈ ਜਿਹੜੀ ਕਿ ਤੁਹਾਨੂੰ ਹੈ ਜੀ ਇਹ ਸਾਡੇ ਤੱਕ ਇਹ ਕਨਵਰਸੇਸ਼ਨ ਲੋਕਾਂ ਤੱਕ ਪਹੁੰਚਾਉਣ ਦਾ ਹੈ ਜੀ, ਇਹ ਤੁਸੀਂ ਹੌਸਲਾ ਲਿਆ, ਕਿਹੜੇ ਮਨ ਦੇ ਵਿੱਚ ਐਸੀ ਖਟਾਤ ਪੈਦਾ ਹੋ ਗਈ, ਤੁਹਾਡੇ ਮਨ ਦੇ ਵਿੱਚ ਕਿਹੜਾ ਐਸਾ ਗੁੱਸਾ ਜਿਹੜਾ ਆ ਗਿਆ, ਜਾਂ ਤੁਸੀਂ ਲੋਕਾਂ ਨੂੰ ਹੁਣ ਕਹਿਣਾ ਕੀ ਚਾਹੁੰਦੇ ਹੋ ਪਬਲਿਕ ਨੂੰ ਕਿ ਕੋਈ ਵੀ ਗਲਤੀ ਨਾ ਕਰੇ, ਜਿਹੜੀ ਤੁਸੀਂ ਕੀਤੀ ਗਲਤੀ ਤੁਸੀਂ ਐਡਮਿਟ ਕਰੋਗੇ ਕੁਝ ਅੱਜ ਰੇਡੀਓ ਤੇ ਟੈਲੀਵਿਜ਼ਨ ਤੇ ਕਿ ਤੁਸੀਂ ਆਪਣੀ ਧੀ ਦੇ ਨਾਲ ਹੈ ਜੀ ਚੰਗਾ? ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇਹ ਜੋ ਕੁਝ ਵੀ ਮੇਰੀ ਬੱਚੀ ਨਾਲ ਹੋਇਆ, ਇਹ ਕਦੀ ਕਿਸੇ ਦੀ ਬੱਚੀ ਨਾਲ ਨਹੀਂ ਹੋਣਾ ਚਾਹੀਦਾ। ਬੱਚੇ ਜਿੱਦ ਕਰਦੇ ਆ, ਮਾਂ ਬਾਪ ਵੀ ਕਈ ਵਾਰ ਮਜਬੂਰ ਹੋ ਜਾਂਦੇ ਆ, ਤੁਸੀਂ ਨਹੀਂ ਕਰ ਸਕਦੇ, ਤੁਹਾਨੂੰ ਬੱਚੇ ਦੀ ਇੱਛਾ ਦੇ ਅੱਗੇ ਝੁਕਣਾ ਪੈਂਦਾ, ਪਰ ਤੁਸੀਂ ਜਿਸ ਤਰ੍ਹਾਂ ਅੰਬਰ ਨੇ ਸਾਰੇ ਫੈਕਟ ਜਿਹੜੇ ਆ ਉਹਦੇ ਸਾਰੇ ਇਗਨੋਰ ਕੀਤੇ, ਉਹ ਨਹੀਂ ਸੀ ਕਰਨੇ ਚਾਹੀਦੇ। ਮੈਨੂੰ ਹੋਰ ਫੈਮਿਲੀ ਨੂੰ ਇਨਵੋਲਵ ਕਰਨਾ ਚਾਹੀਦਾ ਸੀਗਾ ਕਿ ਕੋਈ ਇਹਨੂੰ ਸਮਝਾ ਦੋ, ਕੋਈ ਇਹਨੂੰ ਕਹਿ ਦੋ, ਮਨਾ ਲਓ, ਪਰ ਉਸ ਟਾਈਮ
ਇਹ ਕਹਿੰਦੀ ਸੀਗੀ ਕਿ ਦਿਲਪ੍ਰੀਤ ਹੀ ਮੇਰੀ ਦੁਨੀਆ ਆ, ਮੈਂ ਸਾਰੀ ਦੁਨੀਆ ਨੂੰ ਛੱਡ ਦਿੰਨੀ ਆ ਪਰ ਮੈਂ ਉਹਨੂੰ ਨਹੀਂ ਛੱਡਣਾ। ਸੋ ਮੈਂ ਇਹੀ ਕਹੂੰਗੀ ਕਿ ਜਿਹੜਾ ਫੇਮ ਆ ਜਾਂ ਬੱਚੀਆਂ ਨੂੰ ਜਿਹੜੇ ਇਹ ਸਨੈਪਚੈਟ ਤੋਂ ਗੱਲ ਸ਼ੁਰੂ ਹੋਈ ਆ, ਕੁੜੀਆਂ ਪਿਕਚਰਾਂ ਭੇਜ ਦਿੰਦੀਆਂ ਟੈਗ ਕਰਕੇ ਕਿ ਹਾਂ ਅਸੀਂ ਤੁਹਾਡੇ ਨਾਲ ਪਿਕਚਰਾਂ ਖਿਚਾਈਆਂ, ਇਹਨਾਂ ਦਾ ਇਹ ਪੈਟਰਨ ਆ, ਮੁੜ ਕੇ ਰਿਪਲਾਈ ਕਰਦੇ ਆ, ਫਿਰ ਕੁੜੀਆਂ ਨੂੰ ਆਪਣੇ WhatsApp ਨੰਬਰ ਦਿੰਦੇ ਆ, ਫਿਰ ਫੇਸ ਟਾਈਮ ਕਾਲਾਂ ਕਰਦੇ ਆ, ਇੱਥੋਂ ਕੁੜੀਆਂ ਨੂੰ ਫਸਾ ਲੈਂਦੇ ਆ। ਦੈਨ ਕੁੜੀਆਂ ਜਦੋਂ ਅੰਬਰ ਦਾ ਵਿਆਹ ਹੋਇਆ ਸੀ ਕਰਕੇ ਉਹ ਸਾਹਮਣੇ ਆ ਸਕੀ, ਲੋਕਾਂ ਨੂੰ ਦੱਸ ਸਕਦੀ ਆ। ਜਿਹੜੀਆਂ ਵਿਚਾਰੀਆਂ ਦੇ ਵਿਆਹ ਨਹੀਂ ਹੋਏ, ਜਿਨ੍ਹਾਂ ਨੂੰ ਪਹਿਲਾਂ ਗੱਲਾਂ ਕਰ ਕਰਕੇ ਛੱਡ ਦਿੱਤਾ, ਮਾਂ-ਬਾਪ ਦੇ ਨਾਲ ਮਿਲੇ, ਵਿਆਹਾਂ ਦੇ ਵਾਅਦੇ ਕੀਤੇ, ਉਹ ਵਿਚਾਰੀਆਂ ਸ਼ਰਮ ਦੀਆਂ ਮਾਰੀਆਂ, ਉਹਨਾਂ ਦੇ ਮਾਂ-ਬਾਪ ਸ਼ਰਮ ਦੇ ਮਾਰੇ ਅੰਦਰ ਵੜ ਗਏ ਬਿਕਾਜ਼ ਉਹ ਵਿਆਹ ਨਹੀਂ ਹੋਏ ਹੈਗੇ। ਆਪਣੀ ਕਲਚਰ ਇਦਾਂ ਦਾ ਆ ਕਿ ਉਹ ਸਾਹਮਣੇ ਨਹੀਂ ਆ ਸਕਦੇ। ਤੁਹਾਡੇ ਮੁਤਾਬਕ ਕੁਝ ਹੋਰ ਵੀ ਵਿਕਟਮਸ ਨੇ ਕੁੜੀਆਂ ਹਾਂਜੀ ਜਿਨ੍ਹਾਂ ਨਾਲ ਇਸ ਤਰ੍ਹਾਂ ਇਸ ਸਿੰਗਰ ਨੇ ਕੀਤਾ, ਇਸ ਗਾਉਣ ਵਾਲੇ ਨੇ ਕੀਤਾ, ਲੜਕੇ ਨੇ? ਇਹ ਸਾਡੇ ਸੁਣਨ ਚ ਆਇਆ। ਐਕਚੁਅਲੀ ਜਦੋਂ ਇਹਨਾਂ ਦਾ ਰਿਸ਼ਤਾ ਹੋਇਆ, ਮੈਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੁੰਦੀ ਸੀ ਅੰਬਰ ਦੇ ਵਿਆਹ ਤੋਂ ਪਹਿਲਾਂ। ਮੈਨੂੰ ਇੰਸਟਾਗ੍ਰਾਮ ਤੇ ਬਹੁਤ ਸਾਰੇ ਮੈਸੇਜ ਆਏ। ਇਹਨੇ ਅੰਬਰ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਮਾਮ ਨੂੰ ਕਹਿ ਕੇ ਆਪਣਾ ਪ੍ਰਾਈਵੇਟ ਰੱਖੇ ਐਂਡ ਦੈਨ ਕਿਸੇ ਦੇ ਨਾਲ ਗੱਲ ਨਹੀਂ ਕਰਨੀ। ਮੇਰੇ ਮੈਸੇਜ ਸੈਂਡ ਕੀਤੇ ਹੋਏ ਕੁੜੀਆਂ ਨੂੰ ਜਿੱਥੇ ਮੈਂ ਜਾਣਨਾ ਚਾਹੁੰਦੀ ਸੀ ਅਨਸੈਂਡ ਕਰਵਾਤੇ ਇਹਨੇ, ਕਿਉਂਕਿ ਮੈਂ ਹਰ ਗੱਲ ਅੰਬਰ ਨਾਲ ਕਰਦੀ ਸੀਗੀ ਤੇ ਅੰਬਰ ਇਹਨੂੰ ਦੱਸ ਦਿੰਦੀ ਸੀਗੀ। ਸੋ ਇਹਨੇ ਇਹੀ ਪ੍ਰੈਸ਼ਰ ਪਾਇਆ ਕਿ ਮਾਮ ਨੂੰ ਕਹਿ ਕਿ ਸੋਸ਼ਲ ਮੀਡੀਆ ਤੇ ਐਕਟਿਵ ਨਾ ਰਵੇ ਬਿਕਾਜ਼ ਇਹ ਨਹੀਂ ਚਾਹੁੰਦਾ ਸੀਗਾ ਕਿ ਕਿਤੋਂ ਵੀ ਮੇਰੀ ਇਹਦੀ ਅੰਬਰ ਦੀ ਫੈਮਿਲੀ ਨੂੰ ਕੁਝ ਵੀ ਪਤਾ ਲੱਗੇ। ਤੁਸੀਂ ਮਾਂ ਹੋ ਔਰ ਤੁਸੀਂ ਰੋਲ ਜਿਹੜਾ ਮਾਂ ਵਾਲਾ ਨਿਭਾਉਣ ਦੇ ਵਿੱਚ ਤੁਸੀਂ ਕੋਤਾਹੀ ਕੀਤੀ ਹੈ, ਤੁਸੀਂ ਮੰਨਦੇ ਹੋ ਇਸ ਚੀਜ਼ ਤੋਂ? ਜਦੋਂ ਤੁਹਾਨੂੰ ਕਹਿੰਦੇ ਇੰਸਟਾਗ੍ਰਾਮ ਤੇ ਜਾਂ ਫਿਰ ਸੋਸ਼ਲ ਮੀਡੀਆ ਤੇ ਪਾਉਣ ਨਹੀਂ ਦੇਣਾ, ਤੁਸੀਂ ਕੋ ਸਾਡੀ ਧੀ ਦਾ ਰਿਸ਼ਤਾ ਹੋ ਗਿਆ ਤੇ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਹਾਂ ਰਿਸ਼ਤਾ ਹੋਇਆ ਸੀ, ਕਿਉਂ ਲੁਕੋਈਏ ਲੋਕਾਂ ਤੋਂ? ਤੁਹਾਨੂੰ ਇਹ ਓਪਨ ਕਰਨਾ ਚਾਹੀਦਾ ਸੀ। ਮੇਰੇ ਖਿਆਲ ਕਿ ਤੁਹਾਡੀ ਇੱਥੇ ਢਲ ਰਹੀ ਹੈ ਆਪਣੀ ਹਰਪ੍ਰੀਤ ਜੀ ਮੈਂ ਤੁਸੀਂ ਮੰਨਦੇ ਹੋ ਕਿ ਤੁਹਾਡੀ ਮਿਸਟੇਕ ਹੈ? ਮਿਸਟੇਕ ਹੈਗੀ ਆ ਬਿਕਾਜ਼ ਸਾਨੂੰ ਉਸ ਟਾਈਮ ਇਹਦੀ ਨਹੀਂ ਮੰਨਣੀ ਚਾਹੀਦੀ ਸੀ। ਸਾਨੂੰ ਇਹ ਪ੍ਰੈਸ਼ਰ ਪਾਇਆ। ਤਦੇ ਸਿਆਣੇ ਲੋਕ ਕਹਿੰਦੇ ਨੇ ਕਈ ਵਾਰੀ ਮਾਂ ਜਿਹੜੀ ਹੈ ਡੈਣ ਬਣ ਜਾਂਦੀ ਹੈ। ਤੁਸੀਂ ਇੱਕ ਧੀ ਨੂੰ ਜਨਮ ਦਿੱਤਾ, ਇਹਨੇ ਦੁੱਖ ਤੁਸੀਂ ਸਹਿ ਰਹੇ ਹੋ, ਤੁਹਾਡੀ ਧੀ ਦੁੱਖ ਲੈ ਰਹੀ ਆ ਔਰ ਤੁਹਾਡੀ ਕੀਤੀ ਇੱਕ ਛੋਟੀ ਜਿਹੀ ਢਿੱਲ ਜਿਹੜੀ ਸੋਚਣ ਦੇ ਵਿੱਚ, ਤੁਹਾਡਾ ਫੈਸਲਾ ਲੈਣ ਦੇ ਵਿੱਚ ਜਿਹੜੀ ਤੁਹਾਡੀ ਢਿੱਲ ਆ ਜਾਂ ਕਤਾਹੀ ਆ, ਉਹ ਤੁਹਾਨੂੰ ਹੁਣ ਮੇਰੇ ਖਿਆਲ ਕਿ ਜ਼ਰੂਰ ਪੈਨਿਕ ਕਰਦੀ ਹੋਵੇਗੀ, ਡਿਸਟਰਬ ਕਰਦੀ ਹੋਵੇਗੀ ਕਿ ਮੈਂ ਨਾ ਇਸ ਤਰ੍ਹਾਂ ਕਰਦੀ। ਕਿ ਤੁਸੀਂ ਇੱਕ ਮਾਂ ਹੋ, ਜਨਮ ਦਿੱਤਾ ਇੱਕ ਧੀ ਨੂੰ, 100 ਸੁੱਖਾਂ ਦੇ ਵਾਸਤੇ ਅਰਦਾਸ ਕਰਦੇ ਰਹੇ ਹੋ ਆਪ ਜੀ, ਕਿੰਨਾ ਦੁੱਖ ਹੈ ਤੁਹਾਨੂੰ? ਬਹੁਤ ਗੱਲਾਂ ਆ ਜਿਹੜੀਆਂ ਏਦਾਂ ਲੱਗਦਾ ਆ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ ਸੀ, ਜਿਹੜੀਆਂ ਹੋ ਗਈਆਂ ਆ। ਮੈਂ ਨਹੀਂ ਕਹਿੰਦੀ ਕਿ ਮੇਰੇ ਤੋਂ ਗਲਤੀ ਨਹੀਂ ਹੋਈ ਹੈਗੀ। ਜੇ ਅੱਜ ਮੇਰੀ ਬੱਚੀ ਰੋ ਰਹੀ ਆ, ਦੁਖੀ ਹੋ ਰਹੀ ਆ, ਤਾਂ ਉਹ ਸਭ ਤੋਂ ਵੱਡਾ ਰਿਸਪੌਂਸਿਬਲ ਮੈਂ ਆਪਣੇ ਆਪ ਨੂੰ ਮੰਨਦੀ ਆ। ਮੇਰੀ ਬੱਚੀ ਦੇ come on please, this is very sad part. I know you're so emotional Harpreet, very sad part. ਸਾਡੀ ਕਲਚਰ ਦਾ ਇੱਕ ਹਿੱਸਾ ਹੈ ਇਹ। ਟਰੂ ਐਂਡ ਫੈਕਟ ਹੈ ਕਿ ਕੁਝ ਗਾਉਣ ਵਾਲੇ ਕੀ ਹੈ ਵੱਡੀ ਗਿਣਤੀ ਵਿੱਚ ਇਹ ਵਿਆਹ ਵੀ ਕਰਾ ਲੈਂਦੇ ਆ, ਇਹਨਾਂ ਦੇ ਬੱਚੇ ਵੀ ਹੋ ਜਾਂਦੇ ਤੇ ਇਹ ਹਾਈਡ ਕਰਦੇ ਪਬਲਿਕ ਤੋਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਇੱਕ ਦਿਨ ਮੈਂ ਇਹ ਵੀ ਟਾਕ ਸ਼ੋ ਕਰੂੰਗਾ ਕਿ ਕਾਰਨ ਕੀ ਹੈ ਕਿ ਇਹ ਸ਼ਾਦੀ ਕਰਾ ਕੇ ਕਿਉਂ ਨਹੀਂ ਦੱਸਣਾ ਚਾਹੁੰਦੇ ਲੋਕਾਂ ਨੂੰ। ਇਹ ਇੱਕ ਟਰੂ ਹੈ, ਇੱਕ ਫੈਕਟ ਹੈ। ਔਰ ਫਿਰ ਇਹ ਨੰਬਰਸ ਆਫ ਗਿਣਤੀ ਵਿੱਚ ਜਿਹੜੇ ਆਰਟਿਸਟ ਨੇ ਵੱਡੀ ਗਿਣਤੀ ਵਿੱਚ ਇਹ ਵਿਊ ਜਿਹੜੇ ਵਾਇਰ ਕਰਨ ਖਰੀਦਦੇ ਨੇ ਕਿ ਸਾਨੂੰ ਇਹਨੇ ਮਿਲੀਅਨ ਲੋਕ ਵਾਚ ਕਰਦੇ ਜਦ ਕਿ ਇਹਨੇ ਨਹੀਂ ਕਰਦੇ। ਮੇਰੇ ਪਾਸ ਪ੍ਰੂਫ ਹੈ। ਕਿਉਂਕਿ ਜਦੋਂ ਇਹਨਾਂ ਇੱਥੇ ਸ਼ੋਅ ਕਰਦੇ ਆ ਤੇ ਇਹਨਾਂ ਨੇ $20 ਟਿਕਟ ਵੀ ਜਿਹੜੀਆਂ 20 ਨਹੀਂ ਵਿਕਦੀਆਂ ਤੇ ਮੰਗਦੇ $5,000-7,000 ਬਿਜ਼ਨਸ ਕਲਾਸ ਦੀ ਟਿਕਟ, ਤਾਂ ਫਿਰ 20-25,000 ਮੰਗਦੇ ਨੇ ਤੇ ਇਹਨਾਂ ਨੂੰ 10,000 ਬੰਦਾ ਦੇਖਣ ਨਹੀਂ ਜਾਂਦਾ। ਜੇ ਇਹਨਾਂ ਨੇ 1 ਮਿਲੀਅਨ ਨੇ, ਇਹਨਾਂ ਨੇ ਵੀਅਰਸ਼ਿਪ 3 ਮਿਲੀਅਨ ਲੋਕ ਨੇ ਮੰਨਦਾ ਹੋਣਗੇ, ਤਾਂ ਫਿਰ ਇਹਨਾਂ ਲੋਕਾਂ ਨੂੰ ਦੇਖਣ ਵਾਸਤੇ ਇਹ ਬੈਂਕ ਠਾਲ 1200-1300 ਦੇ ਉਹ ਵੀ ਭਰਦੇ ਕਿਉਂ ਨਹੀਂਗੇ ਤੇ ਇਹਨਾਂ ਨੂੰ ਮੀਡੀਆ ਦੀ ਕਿਉਂ ਲੋੜ ਪੈਂਦੀ ਆ? ਇਹ ਸੱਚ ਹੈ। ਆਈ ਡੋਂਟ ਕੇਅਰ ਕਿ ਕੌਣ ਆਰਟਿਸਟ ਕੌਣ ਨਹੀਂ ਹੈ, ਉਹਨਾਂ ਵਿੱਚ ਮੇਰੇ ਬਹੁਤ ਸਾਰੇ ਸਤਿਕਾਰਯੋਗ ਵੀ ਨੇ, ਪਰ ਜਿਹੜੇ ਇਹ ਧੱਜੀਆਂ ਉਡਾ ਰਹੇ ਨੇ ਸਾਡੇ ਸਮਾਜ ਦੀਆਂ ਧੀਆਂ ਦੀ ਬੇਇੱਜ਼ਤੀ ਕਰ ਰਹੇ ਨੇ, ਇੰਸਟਾਗ੍ਰਾਮ ਤੇ ਇਹਨਾਂ ਨਾਲ ਫੇਸ ਟਾਈਮ ਤੇ ਜਾ ਕੇ ਇਹੋ ਜਿਹਾ ਬਦਤਮੀਜ਼ੀ ਕਰਦੇ ਨੇ। ਅੱਜ ਕਿੰਨਾ ਇਹ ਸਾਡੇ ਵਾਸਤੇ ਸਮਾਂ ਅਸੀਂ ਵੇਸਟ ਕਰ ਰਹੇ ਹਾਂ ਏਅਰ ਦਾ, ਔਰ ਇਹੋ ਜਿਹਾ ਸਮਾਂ ਸਾਨੂੰ ਮੁੜ ਕੇ ਨਾ ਮਿਲੇ। ਬਟ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਮਾਂ ਇਸ ਵੇਲੇ ਇੱਕ ਸੱਚ ਦੱਸ ਰਹੀ ਹੈ ਆਪਣੇ ਦਿਲਪ੍ਰੀਤ ਢਿੱਲੋਂ ਜੀ, ਔਰ ਤੁਹਾਨੂੰ ਅਸੀਂ ਸਮਾਂ ਦੇ ਰਹੇ ਕਿ ਤੁਸੀਂ ਆਪਣਾ ਪੱਖ ਰੱਖੋ ਕਿ ਤੁਹਾਡੇ ਤੇ ਦੋਸ਼ ਲਗਾਏ ਜਾ ਰਹੇ ਨੇ। ਇਹ ਦੋਸ਼ ਇਹਨਾਂ ਵੱਲੋਂ ਮੇਰੇ ਵੱਲੋਂ ਨਹੀਂ ਹੈ। ਆਈ ਡੋਂਟ ਨੋ ਐਨੀਥਿੰਗ ਅਕੋਰਡਿੰਗ ਟੂ ਦਿਸ ਫੈਮਿਲੀ। ਇਹ ਜੋ ਕੁਛ ਹੈ ਅਸੀਂ ਟੈਲੀਕਾਸਟ ਅਤੇ ਬ੍ਰੌਡਕਾਸਟ ਕਰ ਰਹੇ ਹਾਂ। ਤੁਸੀਂ ਮੈਨੂੰ ਵਾਅਦਾ ਕੀਤਾ ਸੀ ਕਿ ਜ਼ਰੂਰ ਭਾਜੀ, ਪਰ ਹੁਣ ਭਾਜੀ ਕਹਿ ਕੇ ਤੁਸੀਂ ਆਪ ਕਿੱਥੇ ਚਲੇ ਗਏ ਹੋ? ਤੁਸੀਂ ਫੋਨ ਨਹੀਂ ਅਟੈਂਡ ਕਰ ਰਹੇ। ਸੋ ਇਸ ਤੋਂ ਇਹ ਸਾਬਤ ਹੁੰਦਾ ਆ ਕਿ ਤੁਸੀਂ ਆਪਣੇ ਵਾਅਦੇ ਦੇ ਪੱਕੇ ਨਹੀਂ ਹੋ। ਤੇ ਮੈਨੂੰ ਇਹ ਲੱਗਦਾ ਆ ਕਿ ਤੁਸੀਂ ਇੰਨਾ ਨਹੀਂ ਕੰਮ ਹੋ ਸਕਦਾ ਕਿ ਤੁਹਾਡੇ ਫਾਦਰ ਨੇ ਸਾਡੇ ਨਾਲ ਗੱਲ ਕੀਤੀ ਹੈ, ਹੀ ਕੱਟ ਡਾਊਨ, ਦੈਟਸ ਨਾਟ ਰਾਈਟ। ਸੋ ਐਨੀਵੇ, ਸੋ ਹਰਪ੍ਰੀਤ, ਮੈਂ ਇੱਕ ਕਮਰਸ਼ੀਅਲ ਬ੍ਰੇਕ ਲੈ ਰਿਹਾ। ਮੈਂ ਤੁਹਾਡੇ
ਗੱਲਬਾਤ ਕਰਾਂਗਾ ਭਰਜਾਈ ਨੇ ਤੁਹਾਡੇ ਆਪਣੇ ਪਰਮ ਜੀ, ਪਰਮ ਤੱਖਰ। Mr. Bhatti, this is Param on the line. मैं ही जी, Harpreet is having a nervous breakdown. I know she nervous, of course, वो आपके nervous होना।